ਕੀਤੀ ਹੈ ਸਤਿਗੁਰਾਂ ਨੇ। ਗੁਰੂ ਮਹਾਰਾਜ ਕਹਿੰਦੇ ਨੇ, ਜਬ ਆਪਣੀ ਸੋਭਾ ਆਪਨ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ। ਭਾਵ ਮਹਾਰਾਜ ਕਹਿੰਦੇ ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ, ਤੇ ਮਹਾਰਾਜ ਕਹਿੰਦੇ ਤਦੋਂ ਕੌਣ ਮਾਂ ਪਿਓ ਸੀ, ਜਾਂ ਕੋਈ ਮਿੱਤਰ ਪੁੱਤਰ ਜਾਂ ਭਰਾ ਕੌਣ ਸੀ? ਉਦੋਂ ਕੋਈ ਵੀ ਨਹੀਂ ਸੀ, ਕਿਉਂਕਿ ਉਹਨੇ ਆਪਣੀ ਸੋਭਾ ਆਪਣ ਸੰਗ ਆਪ ਹੀ ਬਣਾਈ ਸੀ। ਹੁਣ ਕੁਦਰਤ ਦੇ ਵਿੱਚ ਵਿਆਪਕ ਹੈ। ਇਹ ਜਗ ਸਾਚੇ ਕੀ ਕੋਠੜੀ, ਇਹ ਜਗ ਸੱਚੇ ਕੀ ਕੋਠੜੀ, ਸੱਚੇ ਕਾ ਵਿਸ਼ਵਾਸ। ਇਹ ਪ੍ਰਭੂ ਪਰਮਾਤਮਾ ਨੇ ਆਪਣੀ ਕੋਠੜੀ ਬਣਾਈ ਹੈ ਕੁਦਰਤ, ਤੇ ਵਿੱਚ ਹੀ ਵਸ ਰਿਹਾ। ਅੱਗੇ ਮਹਾਰਾਜ ਕਹਿੰਦੇ ਨੇ, ਜਿਹ ਸਰਬ ਕਲਾ ਆਪੇ ਪ੍ਰਵੀਨ, ਤਹ ਵੇਦ ਕਤੇਬ ਕਹਾਂ ਕੋ ਚੀਨ। ਕਹਿੰਦੇ ਮਹਾਰਾਜ ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ, ਤਦੋਂ ਕਿੱਥੇ ਕੋਈ ਵੇਦ, ਹਿੰਦੂ ਧਾਰਮਿਕ ਪੁਸਤਕ ਤੇ ਕਿਤਾਬਾਂ, ਮੁਸਲਮਾਨਾਂ ਦੇ ਧਾਰਮਿਕ ਪੁਸਤਕ ਵਿਚਾਰਦਾ ਸੀ। ਕੌਣ ਵਿਚਾਰਦਾ ਸੀ? ਮਹਾਰਾਜ ਕਹਿੰਦੇ, ਕਹਿਣ ਦਾ ਭਾਵ ਆ ਵੀ ਜਦੋਂ ਸੰਸਾਰ ਹੈ ਹੀ ਨਹੀਂ ਸੀ, ਅਕਾਲ ਪੁਰਖ ਵਾਹਿਗੁਰੂ ਸੁੰਨ ਸਮਾਧੀ ਵਿੱਚ ਸੀ, ਆਪਣਾ ਸੰਗ ਆਪ ਹੀ ਬਣਾਇਆ ਹੋਇਆ ਸੀ ਉਹਨੇ, ਅਕਾਲ ਪੁਰਖ ਵਾਹਿਗੁਰੂ ਨੇ, ਤੇ ਹੁਣ ਕੁਦਰਤ ਦੇ ਵਿੱਚ। ਅੱਗੇ ਮਹਾਰਾਜ ਦੱਸਦੇ ਨੇ, ਜਬ ਆਪਨ ਆਪ ਔਰ ਧਾਰੇ, ਤੋ ਸਗਨ ਅਪਸਗਨ ਕਹਾਂ ਵਿਚਾਰੀ। ਹੁਣ ਸਗਨ ਅਪਸਗਨ ਦੀ ਗੱਲ ਹੁੰਦੀ ਹੈ ਨਾ, ਕੋਈ ਪ੍ਰੋਗਰਾਮ ਹੁੰਦਾ, ਦੇਖੋ ਟਾਈਮ ਦੇਖ ਲਓ, ਪਹਿਲਾਂ ਤਾਂ ਕਹਿਣਗੇ ਟਾਈਮ ਦੇਖ ਲਓ, ਕਿਤੇ 12:45 ਜਾਂ 12:45 ਨਾ ਹੋਵੇ, ਪੌਣ ਨਾ ਹੋਵੇ ਕਹਿੰਦੇ, ਕਿਉਂਕਿ ਦੁਨੀਆ ਦੇ ਉੱਤੇ ਬੜਾ ਕੁਛ ਚੱਲ ਰਿਹਾ ਜੀ। ਮਹਾਰਾਜ ਕਹਿੰਦੇ ਨੇ, ਜਬ ਆਪਨ ਆਪ ਔਰ ਧਾਰੇ, ਤੋ ਸਗਨ ਅਪਸਗਨ ਕਹਾਂ ਵਿਚਾਰੇ। ਜਦੋਂ ਪ੍ਰਭੂ ਆਪਣੇ ਆਪ ਨੂੰ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ, ਮਹਾਰਾਜ ਕਹਿੰਦੇ ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ? ਹੁਣ ਤਾਂ ਕਹਿੰਦੇ ਨਾ ਵੀ ਟਾਈਮ ਦੇਖ ਲਿਓ ਯਾਰ, ਜੇ ਕੋਈ ਸ਼ਗਨ ਕਰਨਾ ਹੋਵੇ ਧੀ ਪੁੱਤ ਦਾ, ਤਾਂ ਕਹਿੰਦੇ ਚੜ੍ਹਦੇ ਵੱਲ ਨੂੰ ਮੂੰਹ ਕਰੋ। ਇਹ ਵਿਚਾਰਦੇ ਆ ਨਾ ਲੋਕ, ਤੇ ਹੈ ਇਹ ਕੁਛ ਵੀ ਨਹੀਂ ਨਾ। ਜੇ ਹੁਣ ਫਰਜ਼ ਕੀਤਾ ਆਪਾਂ ਕਹਿੰਦੇ ਹਾਂ ਵੀ ਚੜ੍ਹਦੇ ਵੱਲ ਨੂੰ ਮੂੰਹ ਕਰ ਲਓ, ਧਰਤੀ ਘੁੰਮ ਕੇ ਸ਼ਾਮ ਨੂੰ ਤਾਂ ਦੂਜੇ ਪਾਸੇ ਜਾ ਵੜਦੀ ਹੈ, 24 ਘੰਟਿਆਂ 'ਚ ਗੇੜਾ ਦੇ ਦਿੰਦੀ ਹੈ ਸੂਰਜ ਦੇ ਦਾਲੇ ਦੀ ਧਰਤੀ। ਮਹਾਰਾਜ ਕਹਿੰਦੇ ਕੋਈ ਸਗਨ ਅਪਸਗਨ ਹੁੰਦਾ ਹੀ ਨਹੀਂ। ਕਹਿਣ ਦਾ ਭਾਵ ਇਹ ਆ, ਮਹਾਰਾਜ ਕਹਿੰਦੇ ਜਹ ਆਪਨ ਊਚ ਆਪਨ ਆਪ ਨੇਰਾ, ਤਹ ਕੌਣ ਠਾਕਰ ਕੌਣ ਕਹੀਏ ਚੇਰਾ। ਜਦੋਂ ਉਹ ਆਪ ਹੀ ਉੱਚਾ ਅਤੇ ਆਪ ਹੀ ਨੀਵਾਂ ਸੀ, ਮਹਾਰਾਜ ਕਹਿੰਦੇ ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ? ਕਿਉਂਕਿ ਜਿੰਨਾ ਚਿਰ ਸੁੰਨ ਸਮਾਧੀ ਵਿੱਚ ਆ, ਓਨਾ ਚਿਰ ਵੀ ਆਪਣੇ ਆਪ ਵਿੱਚ ਹੀ ਹੈ ਪ੍ਰਭੂ ਪਰਮਾਤਮਾ, ਤੇ ਹੁਣ ਵੀ ਕੁਦਰਤ ਦਾ ਰੂਪ ਹੋ ਕੇ ਵੀ ਆਪਣੇ ਆਪ ਵਿੱਚ ਹੀ ਹੈ। ਆਪ ਹੀ ਕੁਦਰਤ ਪੈਦਾ ਕੀਤੀ, ਆਪ ਹੀ ਵਿੱਚ ਵਸ ਰਿਹਾ। ਕੁਦਰਤ ਨੂੰ ਚਲਾਉਣ ਵਾਲਾ ਵੀ ਆਪ ਹੀ ਹੈ, ਤੇ ਕੁਦਰਤ ਨੂੰ ਸਮੇਟਣ ਵਾਲਾ ਵੀ ਆਪ ਹੀ ਹੈ। ਅੱਗੇ ਦੱਸਦੇ ਨੇ ਸਤਿਗੁਰੂ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ। ਜੀਵ ਤੇਰੀ ਗਤ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ। ਗੁਰੂ ਮਹਾਰਾਜ ਕਹਿੰਦੇ, ਹੇ ਨਾਨਕ, ਪ੍ਰਭੂ ਅੱਗੇ ਅਰਦਾਸ ਕਰ ਤੇ ਆਖ, ਹੇ ਪ੍ਰਭੂ ਤੂੰ ਆਪਣੀ ਗਤ ਆਪ ਹੀ ਜਾਣਦਾ ਹੈ। ਜਿਹ ਅਛਲ ਅਛੇਦ ਅਭੇਦ ਸਮਾਇਆ,
ਊਹਾਂ ਕਿਸੇ ਵਿਆਪਤ ਮਾਇਆ। ਜਿਸ ਅਵਸਥਾ ਵਿੱਚ ਅਛਲ ਅਵਿਨਾਸੀ ਤੇ ਅਭੇਦ ਪ੍ਰਭੂ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ, ਉੱਥੇ ਕਿਸੇ ਨੂੰ ਮਾਇਆ ਭੋ ਨਹੀਂ ਸਕਦੀ। ਮਾਇਆ ਕਿਹੜੀ ਹੈ? ਮੋਹ ਜਾਲ। ਕੋਈ ਕਰੰਸੀ ਨੂੰ ਮਾਇਆ ਨਹੀਂ ਕਿਹਾ। ਕਰੰਸੀ ਮਾਇਆ ਉਦੋਂ ਬਣਦੀ ਹੈ ਜਦੋਂ ਦੂਜੇ ਦਾ ਹੱਕ ਮਾਰ ਕੇ ਅਸੀਂ ਆਪਣਾ ਬੈਂਕ ਬੈਲੈਂਸ ਵਧਾਉਂਦੇ ਹਾਂ, ਉਦੋਂ ਮਾਇਆ ਬਣਦੀ ਹੈ। ਕੋਈ ਚੀਜ਼ ਵੀ ਮਾਇਆ ਬਣ ਸਕਦੀ ਹੈ। ਧੀਆਂ ਪੁੱਤਰ ਵੀ ਮਾਇਆ ਬਣ ਸਕਦੇ ਨੇ। ਘਰ-ਬਾਰ, ਕੋਠੀਆਂ, ਕਾਰਾਂ ਵੀ ਮਾਇਆ ਬਣ ਜਾਂਦੀਆਂ ਨੇ। ਜਦੋਂ ਮਾਇਆ ਬਣ ਕੇ ਚਿੰਬੜਦੇ ਨਾ ਸਾਨੂੰ ਇਹ ਪਦਾਰਥ, ਉਦੋਂ ਪ੍ਰਭੂ ਪਰਮਾਤਮਾ ਨਾਲੋਂ ਤੋੜ ਲੈਂਦੇ ਆ। ਉਦੋਂ ਮਨ ਟੁੱਟ ਜਾਂਦਾ, ਉੱਧਰੋਂ ਧਿਆਨ ਹਟ ਜਾਂਦਾ। ਫਿਰ ਪਦਾਰਥਾਂ ਦੇ ਵਿੱਚ, ਸੁੱਖ ਸਹੂਲਤਾਂ ਦੇ ਵਿੱਚ, ਘਰ ਪਰਿਵਾਰ ਦੇ ਵਿੱਚ ਖਚਤ ਹੋ ਜਾਂਦਾ ਇਨਸਾਨ। ਅਤੇ ਉਹ ਜ਼ਿੰਦਗੀ ਵਾਲੀ ਰਾਤ ਆ ਜਿਹੜੀ, ਉਹ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਗਈ। ਜ਼ਿੰਦਗੀ ਦੀ ਰਾਤ ਹੀ ਜੀ ਰਿਹਾ ਹੈ, ਇੱਕ ਰਾਤ ਹੀ ਕੱਟ ਰਿਹਾ ਮਨੁੱਖ। ਸਾਰੇ ਜੀਵ ਕਹਿ ਲਓ ਤੁਸੀਂ, ਇਸਤਰੀ ਪੁਰਸ਼ ਜੀਵ ਜੰਤੂ ਇੱਕ ਜ਼ਿੰਦਗੀ ਦੀ ਰਾਤ ਕੱਟ ਰਹੇ ਨੇ। ਉਹ ਕਿਸੇ ਦੀ ਜ਼ਿੰਦਗੀ ਦੀ ਰਾਤ 50 ਸਾਲ ਦੀ, ਕਿਸੇ ਦੀ 55 ਦੀ, ਕਿਸੇ ਦੀ 70-100 ਦੀ ਵੀ ਸੀਗੀ। ਪਹਿਲਾਂ ਵਾਲਿਆਂ ਦੀ ਵਾਲੀ ਸੀ, ਹੁਣ ਵਾਲੀ ਖਾਣੇ ਪੀਣੇ ਬਦਲ ਗਏ ਅਤੇ ਰਾਤਾਂ ਘੱਟ ਗਈਆਂ। ਇੱਕ ਰਾਤ ਹੀ ਕੱਟ ਰਿਹਾ ਮਨੁੱਖ ਇੱਥੇ। ਮਹਾਰਾਜ ਦੱਸਦੇ ਨੇ ਇਸ ਅਵਸਥਾ ਵਿੱਚ ਅਛਲ ਅਵਿਨਾਸੀ ਅਤੇ ਅਭੇਦ ਪ੍ਰਭੂ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ, ਉੱਥੇ ਕਿਸੇ ਨੂੰ ਮਾਇਆ ਭੋ ਨਹੀਂ ਸਕਦੀ। ਫਿਰ ਉਹ ਮਾਇਆ ਵੱਲੋਂ ਨਿਰਲੇਪ ਰਹਿੰਦਾ ਮਨੁੱਖ, ਅਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ, ਅਤੇ ਉਹਦਾ ਮਨੁੱਖਾ ਜਨਮ ਆ ਜਿਹੜਾ ਲੇਖੇ ਵਿੱਚ ਲੱਗ ਜਾਂਦਾ। ਨਹੀਂ ਤਾਂ ਫਿਰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਸਰਪ ਬਿਰਖ ਹੋਏ ਪਾਇਓ। ਉਹਨਾਂ ਜੂਨੀਆਂ ਦੇ ਵਿੱਚੋਂ ਭਟਕਦਾ ਫਿਰਦਾ ਤੁਰਿਆ ਇਹ ਜੀਵ ਆਤਮਾ ਨੂੰ ਮਨੁੱਖਾ ਜਨਮ ਮਿਲਿਆ ਸੀ, ਅਤੇ ਇਹ ਵੀ ਪਰਮਾਤਮਾ ਦੇ ਨਾਮ ਤੋਂ ਵਾਂਝਾ ਹੀ ਬਤੀਤ ਹੋ ਗਿਆ। ਅਤੇ ਅੱਗੇ ਵਾਲਾ ਚੱਕਰ ਫੇਰ ਉਹੀ ਸ਼ੁਰੂ ਹੈ। ਅੱਗੇ ਦੱਸਦੇ ਨੇ ਸਤਿਗੁਰੂ, ਆਪਸ ਕੋ ਆਪੇ ਆਦੇਸ਼। ਤਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ। ਹੁਣ ਕੁਦਰਤ ਦੇ ਵਿੱਚ ਹੋ ਕੇ ਆਪਣੇ ਆਪ ਨੂੰ ਹੀ ਕਰ ਰਿਹਾ ਹੁਣ ਵੀ, ਕਿਉਂਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰਬਾਣੀ ਦੇ ਵਿੱਚ ਪੰਕਤੀਆਂ ਇਹ ਵੀ ਸਾਰਾ ਹੀ ਗੋਬਿੰਦ ਦਾ ਪਸਾਰਾ ਹੈ, ਅਤੇ ਆਪ ਹੀ ਗੋਬਿੰਦ ਬਹੁ ਰੂਪੀ ਹੋ ਕੇ ਵਿਚਰ ਰਿਹਾ ਸੰਸਾਰ ਦੇ ਵਿੱਚ, ਕੁਦਰਤ ਦੇ ਵਿੱਚ ਕਹਿ ਲਓ। ਤਹ ਗੁਣ ਕਾ ਨਾਹੀ ਪ੍ਰਵੇਸ਼। ਮਹਾਰਾਜ ਕਹਿੰਦੇ ਪਹਿਲਾਂ ਵਾਲੇ ਬੰਦ 'ਚ ਦੱਸਤਾ ਵੀ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ। ਮਾਇਆ ਦੇ 3 ਗੁਣਾਂ ਦਾ ਉਸ ਉੱਤੇ ਅਸਰ ਨਹੀਂ ਪੈਂਦਾ। ਅਕਾਲ ਪੁਰਖ ਵਾਹਿਗੁਰੂ ਤ੍ਰੈਗੁਣੀ ਮਾਇਆ ਤੋਂ ਨਿਰਲੇਪ ਹੈ। ਇਹ ਮਨੁੱਖ ਨੂੰ ਚਿੰਬੜਦੀ ਹੈ ਤ੍ਰੈਗੁਣੀ ਮਾਇਆ। ਇਹ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੇ ਚਿੰਤਾ। ਹੁਣ ਇਹਦੇ ਵਿੱਚੋਂ ਆਪਾਂ ਸਿੱਖਿਆ ਕੀ ਲੈਣੀ ਆ? ਵੀ ਜੋ ਕਿ ਗੁਰਬਾਣੀ ਪੰਕਤੀਆਂ ਆਪਾਂ ਨੂੰ ਦੱਸ ਰਹੀ ਆ, ਗੁਰੂ ਸਾਹਿਬ ਸੱਚੇ ਪਾਤਸ਼ਾਹ 5ਵੇਂ ਰੂਪ ਵਿੱਚ ਆਪਾਂ ਨੂੰ ਗੁਰਬਾਣੀ ਰਾਹੀਂ ਸਮਝਾ ਰਹੇ ਆ ਵੀ ਜਦੋਂ ਉਹ ਇੱਕ ਆ ਅਤੇ ਅਸੀਂ ਵੀ ਉਹਦਾ ਪਾਰਟ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਹਦੀ ਕੁਦਰਤ ਦਾ ਕਹਿ ਲਓ, ਕੁਦਰਤ ਦਾ ਪਾਰਟ ਆ ਆਪਾਂ। ਸਾਨੂੰ ਵੀ ਇੱਕ ਹੋ ਕੇ ਹੀ ਆਪਣਾ ਜੀਵਨ ਬਸਰ ਕਰਨਾ ਚਾਹੀਦਾ, ਕਿਉਂਕਿ ਪਹਿਲੇ ਅੱਖਰ 'ਚ ਹੀ, ਸ਼ੁਰੂਆਤ 'ਚ ਹੀ ਇੱਕ ਓਂਕਾਰ ਦਾ ਭਾਵ ਆ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਆ ਅਤੇ ਅਸੀਂ ਵੀ ਇੱਕ ਹਾਂ, ਇੱਕ ਹੀ ਰਹੀਏ। ਵਿਤਕਰਾ ਭਾਵ ਨਾ ਹੋਵੇ ਸਾਡੇ, ਕੋਈ ਈਰਖਾ ਦਵੈਤ ਨਾ ਹੋਵੇ। ਮਹਾਰਾਜ ਕਹਿੰਦੇ ਚਾਹੇ ਏਕ ਏਕ ਭਗਵੰਤਾ, ਤਿਹ ਕੌਣ ਅਚਿੰਤ ਕਿਸ ਲਾਗੇ ਚਿੰਤਾ। ਤਦੋਂ ਕੌਣ ਬੇਫਿਕਰ ਸੀ ਅਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਨਾ। ਹੁਣ ਵੀ ਆਪਾਂ ਉਹੀ ਸਿਧਾਂਤ ਲਾਗੂ ਕਰੀਏ ਇੱਕ ਵਾਲਾ, ਜਹ ਆਪਨ ਆਪ ਪਤਿਆਰਾ, ਤਹ ਕੌਣ ਕਥੇ ਕੌਣ ਸੁਣਨੇ ਹਾਰਾ। ਮਹਾਰਾਜ ਕਹਿੰਦੇ ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ, ਤਦੋਂ ਕੌਣ ਬੋਲਦਾ ਸੀ
ਤੇ ਕੌਣ ਸੁਣਨ ਵਾਲਾ ਸੀ। ਆਪਨ ਆਪ ਆਪ ਪਤਿਆਰਾ, ਵੀ ਆਪੇ ਹੀ ਸੁਣਨ ਵਾਲਾ ਤੇ ਆਪੇ ਹੀ ਬੋਲਣ ਵਾਲਾ। ਹੁਣ ਬਹੁਰੂਪੀ ਹੋਇਆ ਹੋਇਆ, ਬੋਲ ਵੀ ਆਪ ਹੀ ਰਿਹਾ, ਸੁਣ ਵੀ ਆਪ ਹੀ ਰਿਹਾ, ਹੁਣ ਵੀ ਉਹੀ ਆ, ਇੱਕੋ ਹੀ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ, ਆਪਣੇ ਆਪ ਤੱਕ ਆਪ ਹੀ ਆਪੜਨ ਵਾਲਾ ਹੈ। ਜੇ ਆਪਾਂ ਕਹੀਏ ਵੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਗੁਰਸਿੱਖੀ ਤੇ ਗੁਰੂ ਸਿੱਖੀ ਸਿਧਾਂਤਾਂ 'ਤੇ ਚੱਲਣ ਵਾਲਾ, ਗੁਰੂ ਦੇ ਸਨਮੁਖ ਹੋ ਕੇ ਮਨੁੱਖ ਚੱਲਣ ਵਾਲਾ, ਪ੍ਰਭੂ ਪਰਮਾਤਮਾ ਤੱਕ ਪਹੁੰਚ ਬਣਾ ਲੈਂਦਾ, ਉਹ ਆਪ ਹੀ ਹੈ, ਉੱਧਰ ਵੀ ਤੇ ਇੱਧਰ ਵੀ। ਘਟ ਘਟ ਮੇ ਹਰਜੂ ਵਸੇ, ਸੰਤਨ ਕਹੋ ਪੁਕਾਰ। ਇਹ ਗੁਰੂ ਬਾਬਿਆਂ ਨੇ ਆਪਾਂ ਨੂੰ, ਭਗਤ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਦੱਸਿਆ ਵੀ ਸਾਰੇ ਕਣ ਕਣ ਵਿੱਚ ਵਸਦਾ ਅਕਾਲ ਪੁਰਖ ਵਾਹਿਗੁਰੂ। ਅੱਗੇ ਮਹਾਰਾਜ ਕਹਿੰਦੇ ਨੇ, ਜਹ ਆਪ ਰਚਿਓ ਪਰਪੰਚ ਆਕਾਰ, ਤਹ ਗੁਣ ਮੈਂ ਕੀਨੋ ਵਿਸਤਾਰ। ਲਓ ਮਹਾਰਾਜ ਕਹਿੰਦੇ ਨੇ, ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ ਤੇ ਮਾਇਆ ਦੇ 3 ਗੁਣਾਂ ਦਾ ਖਿਲਾਰਾ ਖਲੇਰ ਦਿੱਤਾ। 3 ਗੁਣਾਂ ਦਾ, ਮਾਇਆ ਦੇ 3 ਗੁਣਾਂ ਦਾ ਖਿਲਾਰਾ ਵੀ ਖਿਲਾਰਤਾ ਜਦੋਂ ਕੁਦਰਤ ਨੂੰ ਪੈਦਾ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ। ਪਾਪ ਪੁੰਨ ਤਹਿ ਭਈ ਕਹਾਵਤ, ਕਉ ਨਰਕ ਕਉ ਸੁਰਗ ਬਸਾਵਤ। ਬੰਸਾਵਤ ਮਹਾਰਾਜ ਕਹਿੰਦੇ ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ, ਇਹ ਪੁੰਨ ਹੈ। ਜਿੰਨਾ ਚਿਰ ਉਹਨੇ ਆਪਣਾ ਪਸਾਰਾ ਨਹੀਂ ਸੀ ਪਸਾਰਿਆ ਅਕਾਲ ਪੁਰਖ ਵਾਹਿਗੁਰੂ ਨੂੰ, ਉਦੋਂ ਕੋਈ ਨਾ ਪੁੰਨ ਨਾ ਪਾਪ ਨਾ ਸਗਨ ਨਾ ਅਪਸਗਨ, ਨਾ ਕੋਈ ਈਰਖਾ ਨਾ ਦਵੈਤ, ਕੁਛ ਵੀ ਨਹੀਂ ਸੀ। ਪਰ ਜਦੋਂ ਪ੍ਰਮਾਤਮਾ ਨੇ ਕੁਦਰਤ ਨੂੰ ਪੈਦਾ ਕੀਤਾ ਤੇ ਉਦੋਂ ਨਾਲ ਹੀ ਉਹਨੇ ਆਪਣੇ 3 ਗੁਣਾਂ ਦਾ ਖਿਲਾਰਾ ਖਿਲਾਰਤਾ। ਪਾਪ ਪੁੰਨ ਤਹਿ ਭਈ ਕਹਾਵਤ, ਕਉ ਨਰਕ ਕਉ ਸੁਰਗ ਬਸਾਵਤ। ਅੱਗੇ ਮਹਾਰਾਜ ਕਹਿੰਦੇ, ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ। ਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਭਰਮ ਭੈ ਭਾਰ। ਮਹਾਰਾਜ ਕਹਿੰਦੇ ਫਿਰ ਜਦੋਂ ਕੁਦਰਤ ਨੂੰ ਸਾਜਿਆ, ਫਿਰ ਘਰਾਂ ਦੇ ਧੰਦੇ, ਮਾਇਆ ਦੇ ਬੰਧਨ, ਹੰਕਾਰ ਮੋਹ, ਖਲੇਰੇ ਡਰ ਸਭ ਚੱਲ ਪਏ। ਦੁੱਖ ਸੁਖ ਮਾਨ ਅਪਮਾਨ, ਫਿਰ ਦੁੱਖ ਸੁੱਖ ਆਦਰ ਨਰਾਦਰੀ, ਅਨਕ ਪ੍ਰਕਾਰ ਕੀਓ ਬਖਾਨ। ਅਨਕ ਪ੍ਰਕਾਰ ਕੀਓ ਬਖਾਨ, ਆਪਨ ਖੇਲ ਆਪ ਕਰ ਦੇਖੇ। ਮਹਾਰਾਜ ਨੇ ਫਿਰ ਨਾ ਇਹ ਖਿਲਾਰਾ ਖਿਲਾਰ ਕੇ, ਮਹਾਰਾਜ ਕਹਿੰਦੇ ਇਹੋ ਜਿਹੀਆਂ ਕਈ ਕਿਸਮਾਂ ਦੀਆਂ ਗੱਲਾਂ ਚੱਲ ਪਈਆਂ ਤੇ ਫਿਰ ਇਹ ਖਿਲਾਰਾ ਖਿਲਾਰ ਕੇ ਆਪਨ ਖੇਲ ਆਪ ਕਰ ਦੇਖੇ। ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਹੀ ਵੇਖ ਰਿਹਾ ਹੈ। ਧਿਆਨ ਨਾਲ ਬੈਠੋ ਜੀ, ਸੁਰਤ ਨਾਲ। ਖੇਲ ਸੰਕੋਚੇ ਤੋਂ ਨਾਨਕ ਏਕੇ। ਮਹਾਰਾਜ ਕਹਿੰਦੇ, ਹੇ ਨਾਨਕ, ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇੱਕ ਆਪ ਹੀ ਆਪ ਹੋ ਜਾਂਦਾ ਹੈ। ਕੁਦਰਤ ਰੂਪ ਹੋ ਕੇ ਵੀ ਆਪ ਹੀ ਵਿਚਰ ਰਿਹਾ, ਆਪ ਦਾ ਆਪ ਹੀ ਖਿਲਾਰਾ ਖਿਲਾਰ ਕੇ ਵਿੱਚ ਖੇਡ ਰਿਹਾ, ਤੇ ਜਦੋਂ ਕੁਦਰਤ ਨੂੰ ਸਮੇਟ ਲਏਗਾ ਉਦੋਂ ਆਪ ਹੀ ਆਪ ਹੋ ਜਾਂਦਾ ਹੈ, ਇੱਕੋ ਹੀ। ਅੱਗੇ ਮਹਾਰਾਜ ਦੱਸਦੇ ਨੇ, ਜਹ ਅਵਗਤ ਭਗਤ ਤਹ ਆਪ, ਜਹ ਪਸਰੇ ਪਸਾਰ ਸੰਤ ਪ੍ਰਤਾਪ। ਜਿੱਥੇ ਦ੍ਰਿਸ਼ਟ, ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉੱਥੇ ਉਸ ਦਾ ਭਗਤ ਹੈ, ਜਿੱਥੇ ਭਗਤ ਹੈ ਉੱਥੇ ਉਹ ਪ੍ਰਭੂ ਆਪ ਹੈ। ਜਹ ਪਸਰੇ ਪਸਾਰ ਸੰਤ ਪ੍ਰਤਾਪ। ਮਹਾਰਾਜ ਕਹਿੰਦੇ ਹਰ ਥਾਂ ਸੰਤਾਂ ਦੀ
ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ। ਅੱਗੇ ਦੱਸਦੇ ਨੇ ਮਹਾਰਾਜ, ਦੋਹੂ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੂ ਬਣੀ। ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ, ਇਹਨਾਂ ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ। ਤੇ ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ। ਮਹਾਰਾਜ ਦੱਸਦੇ ਨੇ, ਆਪੇ ਕੌਤਕ ਕਰੇ ਆਨੰਦ ਚੋਜ। ਜਿਹੜੇ ਆ ਚੋਜ ਤਮਾਸ਼ੇ ਨੇ ਨਾ, ਪ੍ਰਭੂ ਪਰਮਾਤਮਾ ਆਪ ਹੀ ਕਰ ਰਿਹਾ। ਕਰ ਕਾਹਦੇ ਰਾਹੀਂ ਆ? ਕੁਦਰਤ ਦੇ ਵਿੱਚ ਵਿਚਰ ਕੇ, ਮਨੁੱਖਤਾ ਦੇ ਵਿੱਚ ਵਿਚਰ ਕੇ ਕਹਿ ਲਓ। ਕਣ ਕਣ ਵਿੱਚ ਵਸਦਾ ਨਾ, ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਹੀ ਵਰਤ ਰਿਹਾ, ਆਪ ਹੀ ਚੋਜ ਤਮਾਸ਼ੇ ਕਰ ਰਿਹਾ। ਸਭ ਤੇਰੇ ਚੋਜ ਬਣਾਣਾ। ਮਹਾਰਾਜ ਕਹਿੰਦੇ ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ। ਆਪੇ ਕੌਤਕ ਕਰੇ ਆਨੰਦ ਚੋਜ, ਆਪੇ ਰਸ ਭੋਗਨ ਨਿਰਜੋਗ। ਮਹਾਰਾਜ ਕਹਿੰਦੇ ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ, ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ, ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ। ਕੁਦਰਤ ਰੂਪ ਹੋ ਕੇ ਰਸਾਂ ਨੂੰ ਭੋਗਣ ਵਾਲਾ ਵੀ ਆਪ ਹੀ ਹੈ ਤੇ ਨਿਰਲੇਪ ਵੀ ਹੈ, ਵੱਖਰਾ ਵੀ ਹੈ। ਜਿਸ ਭਾਵੈ ਤਿਸ ਆਪਨ ਨਾਏ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ। ਹੁਣ ਮਹਾਰਾਜ ਦੱਸਦੇ ਨੇ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ। ਹੈਣ ਬਿਰਲੇ ਘਣੇ ਨਾਹੀਂ ਫੈਲ ਫੱਕੜ ਸੰਸਾਰ। ਗੁਰਬਾਣੀ ਵਿੱਚ ਪੰਕਤੀ ਹੈ ਨਾ, ਵੀ ਬਿਰਲੇ ਬਿਰਲੇ ਰੱਬ ਦੇ ਪਿਆਰੇ ਗੁਰੂ ਦੇ ਸਿੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਤੇ ਗੁਰੂ ਦੇ ਸਿਧਾਂਤ 'ਤੇ ਚੱਲਦੇ ਹੋਏ ਜੀਵਨ ਲੇਖੇ ਵਿੱਚ ਲਾ ਲੈਂਦੇ ਨੇ। ਜੇ ਆਪਾਂ ਇਤਿਹਾਸ ਵਾਲੀ ਨਿਗਾਹ ਮਾਰੀਏ ਤਾਂ ਗੁਰਬਾਣੀ ਕਹਿੰਦੀ ਆ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵੀ ਉਹਦਾ ਭਗਤ ਪਿਆਰਾ ਵੀ ਪ੍ਰਭੂ ਪਰਮਾਤਮਾ ਵਰਗਾ ਹੀ ਹੋਵੇ। ਉਹ ਵੈਰ ਨਿਰਵੈਰ ਹੈ, ਉਹ ਵੈਰ ਤੋਂ ਰਹਿਤ ਆ, ਨਿਰਵੈਰ ਆ, ਉਹ ਇੱਕ ਹੈ। ਉਸ ਤਰ੍ਹਾਂ ਦਾ ਹੀ ਉਹਦਾ ਭਗਤ ਹੋਵੇ। ਤੇ ਅੱਗੇ ਜੈਸਾ ਗੁਰੂ ਉਹ ਜਿਹੇ ਸਿੱਖ। ਉਹ ਆਪਾਂ ਨੂੰ ਪ੍ਰਤੱਖ, ਆਪਾਂ ਇਤਿਹਾਸ ਸੁਣਦੇ ਹਾਂ। ਮਹਾਰਾਜ ਕਹਿੰਦੇ, ਜਿਸ ਭਾਵੇ ਤਿਸ ਆਪਨ ਨਾਏ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ। ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ, ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ। ਕਈਆਂ ਨੂੰ ਆਪਦੀ ਭਗਤੀ ਵਿੱਚ ਜੋੜ ਲੈਂਦਾ ਤੇ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਭਗਤ ਪਿਆਰੇ, ਤੇ ਕਈਆਂ ਨੂੰ ਮਾਇਆ ਦੇ ਵਿੱਚ ਖਿਡਾਉਂਦਾ। ਖੇਡ ਉਹਦੀ ਹੋਈ ਆ ਸਾਰੀ, ਅਕਾਲ ਪੁਰਖ ਵਾਹਿਗੁਰੂ ਦੀ। ਬੇਸਮਾਰ ਅਥਾਹ ਅਗਣਤ ਅਤੋਲੇ। ਉਹ ਬੇਅੰਤ ਹੈ, ਅਥਾਹ ਹੈ, ਅਗਣਤ ਹੈ, ਅਡੋਲ ਪ੍ਰਭੂ, ਡੋਲਦਾ ਨਹੀਂ ਹੈ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਉਹ ਆਪਦੇ ਪਿਆਰਿਆਂ ਤੋਂ ਬੋਲ ਬੁਲਾਉਂਦਾ ਹੈ ਉਸ ਤਰ੍ਹਾਂ ਹੀ ਬੋਲਦੇ ਨੇ। ਗੁਰੂ ਨਾਨਕ ਸਾਹਿਬ ਤੋਂ ਲਾ ਲਓ, ਗੁਰਬਾਣੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿੰਤੂ ਪਰੰਤੂ ਚਾਹੀਦੀ ਨਹੀਂ ਕਰਨੀ ਚਾਹੀਦੀ, ਪਰ ਕਰੀ ਆ। ਜਿਹੜੀ ਗੱਲ ਨੂੰ ਕੱਟਿਆ ਉਹਨੂੰ, ਜਿਹੜੀ ਗੱਲ ਕੱਟਣ ਵਾਲੀ ਉਹਨੂੰ ਕੱਟਿਆ ਗੁਰਬਾਣੀ ਵਿੱਚ। ਮਹਾਰਾਜ ਦੱਸਦੇ ਨੇ, ਹੇ ਨਾਨਕ ਇਉਂ ਅਰਦਾਸ ਕਰ ਤੇ ਆਖ, ਜਿਵੇਂ ਤੂੰ ਬੁਲਾਉਂਦਾ ਹੈ ਤਿਵੇਂ ਤੇਰੇ ਦਾਸ ਬੋਲਦੇ ਹਨ। ਵੀ ਜੇ ਗੁਰਬਾਣੀ ਦੇ ਵਿੱਚ ਕਿਹਾ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚਰੇ ਡਮਰੂ ਟਮਕਾਵੇ, ਮਹਾਮਾਈ ਕੀ ਸੇਵਾ ਕਰੇ, ਮਹਾਮਾਈ ਕੀ ਸੇਵਾ ਕਰੇ, ਨਰ ਸੇ ਨਾਰ ਹੋਏ ਔਤਰੇ। ਇਸ ਤਰ੍ਹਾਂ ਪੰਕਤੀਆਂ ਆਉਂਦੀਆਂ ਤੇ ਉਹਨਾਂ ਨੇ ਭਗਤ ਪਿਆਰਿਆਂ ਦੇ ਮੁਖ ਤੋਂ ਬੁਲਾਏ ਨੇ ਬੋਲ। ਇਹ ਇਉਂ ਵੀ ਆਪਾਂ ਸਮਝ ਲੈਂਦੇ ਇਸ ਗੱਲ ਨੂੰ। ਅੱਗੇ ਮਹਾਰਾਜ ਦੱਸਦੇ ਨੇ, ਪਾਵਨ ਪਵਿੱਤਰ ਅੰਗ 292 ਤੇ ਆ ਗਿਆ ਜੀ ਸ਼ਬਦ ਇਹ।
ਮਹਾਰਾਜ ਕਹਿੰਦੇ ਨੇ ਸ਼ਲੋਕ ਵਿੱਚ ਕਹਿੰਦੇ ਨੇ, ਹੁਣ ਜੀ ਜੰਤ ਕੇ ਠਾਕੁਰਾ ਆਪੇ ਬਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਮਹਾਰਾਜ ਕਹਿੰਦੇ, ਹੇ ਜੀਆਂ ਜਨਤਾਂ ਦੇ ਪਾਲਣ ਵਾਲੇ ਪ੍ਰਭੂ, ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈ। ਹੇ ਪ੍ਰਭੂ, ਆਪ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾਂ ਕੋਈ ਦੂਜਾ ਕਿੱਥੇ ਵੇਖਣ ਵਿੱਚ ਆਇਆ ਹੈ। ਹੋਰ ਕੋਈ ਤਾਕਤ ਨਹੀਂ, ਕੋਈ ਹਸਤੀ ਨਹੀਂ ਦੁਨੀਆ ਨੂੰ ਪੈਦਾ ਕਰਨ ਵਾਲੀ ਜਾਂ ਪਾਲਣ ਪੋਸ਼ਣ ਵਾਲੀ, ਤੇ ਜਾਂ ਉਹਨੂੰ ਸੰਕੋਚਣ ਵਾਲੀ, ਐਂ ਕਹਿ ਲਓ। ਗੁਰਬਾਣੀ ਦੇ ਵਿੱਚ ਲਿਖਿਆ ਨਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਉਹ ਗੁਰਬਾਣੀ ਨੇ ਮੰਨਿਆ ਨਹੀਂ ਵੀ ਉਹ ਤਿੰਨ ਹੈਗੇ ਨੇ। ਗੁਰਬਾਣੀ ਨੇ ਮਿੱਠੇ ਢੰਗ ਦੇ ਨਾਲ ਉਹਨੂੰ ਕੱਟਿਆ ਵੀ ਭਾਈ ਸੰਸਾਰ ਦਾ ਬਹੁਤ ਸਾਰਾ ਹਿੱਸਾ ਇਹਨੂੰ ਮੰਨ ਰਿਹਾ ਵੀ ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਜੀ, ਇੱਕ ਰਿਜ਼ਕ ਦੇਣ ਵਾਲਾ ਜੀ, ਇੱਕ ਮੌਤ ਦੇਣ ਵਾਲਾ ਜੀ। ਨਹੀਂ, ਅਗਲਾ ਬੰਦ ਵੀ ਨਹੀਂ, ਅਗਲਾ ਬੰਦ ਵਿਚਾਰੋ। ਮਹਾਰਾਜ ਕਹਿੰਦੇ, ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਆਕਾਰ। ਜਿਵੇਂ ਉਹਦਾ ਹੁਕਮ ਹੁੰਦਾ ਉਵੇਂ ਹੀ ਹੁੰਦਾ, ਅਕਾਲ ਪੁਰਖ ਵਾਹਿਗੁਰੂ ਦਾ। ਮਹਾਰਾਜ ਕਹਿੰਦੇ ਨੇ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਦੂਜਾ ਨਹੀਂ ਕੋਈ ਦਿਸਦਾ ਸੰਸਾਰ ਦੇ ਵਿੱਚ ਕੁਦਰਤ ਨੂੰ ਪੈਦਾ ਕਰਨ ਵਾਲਾ। ਇੱਥੇ ਪੰਕਤੀ ਇਹ ਵੀ ਇਹੀ ਕਹਿੰਦੀ, ਉਹੀ ਗੱਲ ਆ, ਭਾਵ ਉਹੀ ਆ। ਸੁਖਮਨੀ ਸਾਹਿਬ ਵਿੱਚ ਵੀ ਇਹੀ ਗੱਲ ਕਹਿਤੀ ਸ਼ਲੋਕ 'ਚ ਮਹਾਰਾਜ ਨੇ, ਜੀ ਜੰਤ ਕੇ ਠਾਕੁਰਾ ਆਪੇ ਬਰਤਨਹਾਰ। ਉਹ ਆਪੇ ਹੀ ਵਰਤ ਰਿਹਾ ਅਕਾਲ ਪੁਰਖ ਵਾਹਿਗੁਰੂ। ਸਭ ਥਾਂ 'ਤੇ ਇੱਕੋ ਪਾਵਰ, ਸੁਪਰੀਮ ਪਾਵਰ ਇਹੀ ਚੱਲਦੀ ਆ ਅਕਾਲ ਪੁਰਖ ਵਾਹਿਗੁਰੂ ਦੀ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਮਹਾਰਾਜ ਕਹਿੰਦੇ, ਹੇ ਨਾਨਕ, ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾਂ ਕੋਈ ਦੂਜਾ ਕਿੱਥੇ ਵੇਖਣ ਵਿੱਚ ਆਇਆ ਹੈ। ਦੁਨੀਆ ਮੰਨੀ ਜਾਂਦੀ ਆ। ਅਸ਼ਟਪਦੀ, ਇਹ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸ਼ਲੋਕ ਤੇ ਅਸ਼ਟਪਦੀ ਕੱਲ੍ਹ ਨੂੰ ਵਿਚਾਰਾਂਗੇ, ਗੁਰੂ ਮਹਾਰਾਜ ਦੀ ਕਿਰਪਾ ਸਦਕਾ। ਸਤਿਗੁਰੂ ਕਿਰਪਾ ਕਰਨ, ਆਸ ਰੱਖੀ ਆ ਜੀ, ਅਰਦਾਸ ਹੈ, ਮਨਿਆਦ ਕੋਈ ਨਹੀਂ। ਸੋ ਸਤਿਗੁਰੂ ਕਿਰਪਾ ਕਰਨ, ਨਾਮ ਬਾਣੀ ਨਾਲ ਜੋੜੀ ਰੱਖਣ, ਭੁੱਲਾਂ ਚੁੱਕਾਂ ਦੀ ਮਾਫੀ, ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ। ਜੋਗ ਆ ਜੀ, ਜੋਗ ਆ ਜੀ, ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਮੈਂ ਕਰ ਲੈਣਾ ਅਰਦਾਸ। ਕੋਇ ਨਾ ਜਾਣੇ ਤੁਮਰਾ ਅੰਤ, ਚੇਤੇ ਉੱਚਾ ਭਗਵੰਤ। ਸਗਲ